ਮੇਰਾ ਨਾਮ ਕਿਰਨ ਹੈ। ਮੇਰਾ ਸੰਬੰਧ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਹੈ। ਮੈਂ ਇੱਕ ਆਮ ਜਿਹੀ ਸ਼ਕਲ ਸੂਰਤ ਵਾਲੀ ਗਰੀਬ ਘਰ ਦੀ ਕੁੜੀ ਹਾਂ, ਜਿਸ ਦੇ ਸੁਪਨੇ ਬਹੁਤ ਉੱਚੇ ਉੱਚੇ ਹਨ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਆਪਣੇ ਛੋਟੇ ਜਿਹੇ ਘਰ ਚੋਂ ਨਿਕਲ ਕੇ ਮਹਿਲਾਂ ਵਿੱਚ, ਮੈਨੂੰ ਯਕੀਨ ਸੀ ਕਿ ਇੱਕ ਦਿਨ ਮੇਰੇ ਸਾਰੇ ਸੁਪਨੇ ਪੂਰੇ ਹੋ ਜਾਣਗੇ। ਮੇਰੇ 4 ਭੈਣ ਭਾਈ ਸੀ ਜੋ ਮੇਰੇ ਤੋਂ ਛੋਟੇ ਸੀ। ਮੇਰੇ ਪਾਪਾ ਮਾਮੂਲੀ ਜਿਹੀ ਸੈਲਰੀ ਤੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ। ਮੈਂ ਸੋਚਿਆ ਮੈਨੂੰ ਬੜੀ ਹੋਣ ਦੇ ਨਾਤੇ ਪਾਪਾ ਦਾ ਹੱਥ ਵਟਾਉਣਾ ਚਾਹੀਦਾ ਹੈ। ਇਸ ਲਈ ਮੈਂ 10ਵੀਂ ਕਰਨ ਤੋਂ ਬਾਅਦ ਛੋਟੀ-ਮੋਟੀ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਜ ਕੱਲ੍ਹ ਤਾਂ ਵਿਚਾਰੇ MBA ਪਾਸ ਮੁੰਡੇ ਵੀ ਬਿਨਾਂ ਜੌਬ ਦੇ ਘੁੰਮ ਰਹੇ ਹਨ, ਤਾਂ ਮੇਰੀ 10ਵੀਂ ਪਾਸ ਦੀ ਕੀ ਹੈਸੀਅਤ ਹੈ। ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ, ਕੋਈ ਹੱਥੀਂ ਕੰਮ ਸਿੱਖ ਲੈ ਤੇ ਕੁਝ ਕਮਾ ਸਕੇਂਗੀ। 2-3 ਸਾਲ ਪ੍ਰਾਈਵੇਟ ਸਕੂਲ ਦੇ ਧੱਕੇ ਖਾਣ ਤੋਂ ਬਾਅਦ ਮੈਂ ਇੱਕ ਪਾਰਲਰ ਵਿੱਚ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ, ਤਾਂ ਜੋ ਮੈਂ ਕੁਝ ਪੈਸੇ ਕਮਾ ਸਕਾਂ। ਦਿਨ ਵਿੱਚ ਮੈਂ ਪਾਰਲਰ ਵਿੱਚ ਕੰਮ ਕਰਦੀ ਤੇ ਸ਼ਾਮ ਨੂੰ ਕੁਝ ਬੱਚੇ ਟਿਊਸ਼ਨ ਪੜ੍ਹਨ ਆ ਜਾਂਦੇ ਸੀ। ਬਸ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਸਾਡਾ ਘਰ ਇੱਕ ਛੋਟੇ ਜਿਹੇ ਇਲਾਕੇ ਵਿੱਚ ਸੀ ਤੇ ਮੈਂ ਕੰਮ ਸਿੱਖਣ ਸ਼ਹਿਰ ਦੇ ਪਾਰਲਰ ਵਿੱਚ ਜਾਂਦੀ। ਇਸ ਤਰ੍ਹਾਂ ਆਉਣ ਜਾਣ ਵਿੱਚ ਬਹੁਤ ਜ਼ਿਆਦਾ ਕਿਰਾਇਆ ਲੱਗ ਜਾਂਦਾ ਸੀ। ਇਸ ਲਈ ਮੈਂ ਸ਼ਹਿਰ ਵਿੱਚ ਹੀ ਕਿਰਾਏ 'ਤੇ ਘਰ ਲੱਭਣਾ ਸ਼ੁਰੂ ਕਰ ਦਿੱਤਾ। ਖੁਸ਼ਕਿਸਮਤੀ ਨਾਲ ਘੱਟ ਕਿਰਾਏ 'ਤੇ ਮੈਨੂੰ ਇੱਕ ਘਰ ਮਿਲ ਗਿਆ ਤੇ ਅਸੀਂ ਸਭ ਉੱਥੇ ਸ਼ਿਫਟ ਹੋ ਗਏ। ਮੈਂ ਬੜੀ ਲਗਨ ਨਾਲ ਕੰਮ ਸਿੱਖ ਰਹੀ ਸੀ ਤੇ ਮੇਰੀ ਪਾਰਲਰ ਵਾਲੀ ਵੀ ਮੇਰੇ ਤੋਂ ਬਹੁਤ ਜ਼ਿਆਦਾ ਖੁਸ਼ ਸੀ। ਉਸ ਦਾ ਕਹਿਣਾ ਸੀ ਕਿ ਇੱਕ ਦਿਨ ਮੈਂ ਬੜੀ ਮੇਕਅਪ ਆਰਟਿਸਟ ਬਣਾਂਗੀ। ਇੱਕ ਦਿਨ ਮੈਂ ਕੰਮ ਤੋਂ ਵਾਪਸ ਆ ਰਹੀ ਸੀ ਕਿ ਰਸਤੇ ਵਿੱਚ ਇੱਕ ਔਰਤ ਨੂੰ ਦੇਖਿਆ ਜੋ ਤੇਜ਼-ਤੇਜ਼ ਸਾਹ ਲੈ ਰਹੀ ਸੀ। ਸ਼ਾਇਦ ਉਸ ਨੂੰ ਸਾਹ ਨਹੀਂ ਸੀ ਆ ਰਿਹਾ, ਜਾਂ ਪਤਾ ਨਹੀਂ ਕੋਈ ਹੋਰ ਪ੍ਰੋਬਲਮ ਹੋਵੇ। ਮੈਂ ਇੱਧਰ-ਉੱਧਰ ਮਦਦ ਲਈ ਦੇਖਿਆ, ਪਰ ਉਸ ਸਮੇਂ ਰਸਤਾ ਸੁੰਨਸਾਨ ਸੀ ਤੇ ਨੇੜੇ-ਤੇੜੇ ਕੋਈ ਨਹੀਂ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਾਂ। ਉਸ ਔਰਤ ਨੇ ਪਾਣੀ ਮੰਗਿਆ ਤਾਂ ਮੈਂ ਭੱਜ ਕੇ ਗਲੀ ਵਿੱਚ ਲੱਗੇ ਫਿਲਟਰ ਤੋਂ ਉਸ ਔਰਤ ਲਈ ਪਾਣੀ ਲੈ ਆਈ। ਉਸ ਨੂੰ ਪਾਣੀ ਦਿੱਤਾ। ਪਾਣੀ ਪੀ ਕੇ ਉਸ ਦੀ ਤਬੀਅਤ ਥੋੜ੍ਹੀ ਜਿਹੀ ਸੰਭਲੀ ਤਾਂ ਮੈਂ ਉਸ ਨੂੰ ਸਹਾਰਾ ਦੇ ਕੇ ਆਪਣੇ ਨਾਲ ਘਰ ਲੈ ਆਈ। ਉਸ ਔਰਤ ਨੇ ਦੱਸਿਆ ਕਿ ਉਹ ਹਰ ਰੋਜ਼ ਸੈਰ ਕਰਨ ਨੇੜੇ ਦੇ ਪਾਰਕ ਵਿੱਚ ਜਾਂਦੀ ਹੈ। ਅੱਜ ਵੀ ਸੈਰ ਕਰਨ ਨਿਕਲੀ ਤੇ ਅਚਾਨਕ ਚੱਕਰ ਆ ਗਏ। ਉਹ ਮੈਨੂੰ ਕਹਿਣ ਲੱਗੀ, ਧੀਏ, ਤੇਰਾ ਬਹੁਤ-ਬਹੁਤ ਧੰਨਵਾਦ, ਤੂੰ ਮੇਰੀ ਮਦਦ ਕੀਤੀ। ਮੈਂ ਕਿਹਾ, ਆਂਟੀ ਜੀ, ਧੰਨਵਾਦ ਦੀ ਕੋਈ ਜ਼ਰੂਰਤ ਨਹੀਂ, ਇਹ ਤਾਂ ਮੇਰਾ ਫਰਜ਼ ਸੀ। ਉਸ ਔਰਤ ਨੇ ਆਪਣੇ ਬਾਰੇ ਦੱਸਿਆ ਕਿ ਉਹ ਅਮੀਰ ਖਾਨਦਾਨ ਨਾਲ ਸੰਬੰਧ ਰੱਖਦੀ ਹੈ। ਉਸ ਦਾ ਸਿਰਫ ਇੱਕ ਹੀ ਮੁੰਡਾ ਹੈ ਤੇ ਪਤੀ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹ ਬਹੁਤ ਦੇਰ ਤੱਕ ਬੈਠੀ ਮੇਰੀ ਮੰਮੀ ਨਾਲ ਗੱਲਾਂ ਕਰਦੀ ਰਹੀ। ਕੁਝ ਦੇਰ ਵਿੱਚ ਉਹ ਤੇ ਮੇਰੀ ਮੰਮੀ ਪੱਕੀਆਂ ਸਹੇਲੀਆਂ ਬਣ ਗਈਆਂ। ਕੁਝ ਦੇਰ ਬਾਅਦ ਉਸ ਔਰਤ ਨੂੰ ਉਸਦਾ ਡਰਾਈਵਰ ਲੈਣ ਆ ਗਿਆ ਤੇ ਉਹ ਚਲੀ ਗਈ। ਉਸ ਤੋਂ ਬਾਅਦ ਉਹ ਔਰਤ ਅਕਸਰ ਸਾਡੇ ਘਰ ਆਉਣ ਜਾਣ ਲੱਗੀ। ਇੱਕ ਦਿਨ ਉਹ ਆਂਟੀ ਆਈ ਤੇ ਬਹੁਤ ਪਰੇਸ਼ਾਨ ਲੱਗ ਰਹੀ ਸੀ। ਮੇਰੀ ਮੰਮੀ ਨੇ ਉਸ ਤੋਂ ਉਸਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹ ਦੁੱਖ ਭਰੇ ਲਹਿਜੇ ਵਿੱਚ ਕਹਿਣ ਲੱਗੀ ਕਿ ਮੇਰਾ ਇੱਕ ਹੀ ਮੁੰਡਾ ਹੈ, ਉਸ ਦੀ ਜ਼ਿੰਦਗੀ ਨੂੰ ਲੈ ਕੇ ਮੈਂ ਬਹੁਤ ਪਰੇਸ਼ਾਨ ਹਾਂ। ਮੇਰੀ ਮੰਮੀ ਨੇ ਪੁੱਛਿਆ, ਕਿਉਂ ਭੈਣੇ, ਅਜਿਹਾ ਕੀ ਹੋ ਗਿਆ ਹੈ ਤੇਰੇ ਮੁੰਡੇ ਨਾਲ? ਤਾਂ ਉਹ ਆਂਟੀ ਕਹਿਣ ਲੱਗੀ ਕਿ ਇੰਨੀ ਧਨ ਦੌਲਤ ਹੋਣ ਦਾ ਕੀ ਫਾਇਦਾ ਜਦ ਮੈਂ ਆਪਣੇ ਮੁੰਡੇ ਦੀ ਖੁਸ਼ੀਆਂ ਨਹੀਂ ਖਰੀਦ ਸਕਦੀ। ਮੈਂ ਆਪਣੇ ਮੁੰਡੇ ਦੀ ਖੁਸ਼ੀਆਂ ਦੇਖਣ ਨੂੰ ਤਰਸ ਗਈ ਹਾਂ। ਹੁਣ ਤਾਂ ਮੈਨੂੰ ਵੀ ਹੈਰਾਨੀ ਹੋਈ ਕਿ ਮਾਮਲਾ ਕੀ ਆ। ਮੈਂ ਅੱਗੇ ਤੋਂ ਪੁੱਛ ਹੀ ਲਿਆ ਕਿ ਆਂਟੀ ਜੀ ਦੱਸੋ ਤਾਂ ਸਹੀ, ਗੱਲ ਕੀ ਆ? ਤਾਂ ਉਹ ਔਰਤ ਕਹਿਣ ਲੱਗੀ ਕਿ ਮੇਰਾ ਮੁੰਡਾ ਜਿਸ ਨਾਲ ਵਿਆਹ ਕਰਦਾ ਹੈ, ਉਹ ਕੁੜੀ ਉਸੇ ਰਾਤ ਤਲਾਕ ਲੈ ਕੇ ਆਪਣੇ ਪੇਕੇ ਚਲੀ ਜਾਂਦੀ ਆ। ਫਿਰ ਮੇਰੇ ਮੁੰਡੇ ਤੇ ਗੰਦੇ-ਗੰਦੇ ਇਲਜ਼ਾਮ ਲਗਾਉਂਦੀ ਆ। ਹੁਣ ਤਾਂ ਲੋਕ ਵੀ ਜੀਣ ਨਹੀਂ ਦਿੰਦੇ। ਕਹਿੰਦੇ ਹਨ ਕਿ ਤੇਰੇ ਮੁੰਡੇ ਨੂੰ ਹੁਣ ਕੋਈ ਆਪਣੀ ਕੁੜੀ ਨਹੀਂ ਦੇਵੇਗਾ। ਇਸੇ ਕਾਰਨ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦੀ ਹਾਂ। ਮੈਨੂੰ ਆਂਟੀ ਦੀ ਕਹਾਣੀ ਸੁਣ ਕੇ ਬਹੁਤ ਅਫਸੋਸ ਹੋਇਆ। ਮੰਮੀ ਵੀ ਆਂਟੀ ਨੂੰ ਤਸੱਲੀ ਦਿੰਦੇ ਕਹਿਣ ਲੱਗੇ, ਤੂੰ ਫਿਕਰ ਨਾ ਕਰ, ਤੇਰੇ ਮੁੰਡੇ ਦਾ ਵਿਆਹ ਹੁਣ ਬਹੁਤ ਚੰਗੀ ਕੁੜੀ ਨਾਲ ਹੋਵੇਗਾ। ਕੁਝ ਦਿਨ ਬਾਅਦ ਫਿਰ ਉਹ ਆਂਟੀ ਸਾਡੇ ਘਰ ਆਈ ਤਾਂ ਬਹੁਤ ਦੁਖੀ ਸੀ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਲਿਆ, ਆਂਟੀ ਕੀ ਹੋਇਆ? ਉਹ ਵਿਚਾਰੀ ਰੋਣ ਲੱਗੀ, ਕੀ ਦੱਸਾਂ, ਕੱਲ ਫਿਰ ਮੇਰੇ ਮੁੰਡੇ ਦਾ ਰੋਕਾ ਟੁੱਟ ਗਿਆ। ਕਾਸ਼ ਮੈਂ ਵੀ ਜਿਉਂਦੇ ਜੀ ਆਪਣੇ ਮੁੰਡੇ ਦੀਆਂ ਖੁਸ਼ੀਆਂ ਦੇਖ ਸਕਦੀ। ਹੁਣ ਤਾਂ ਮੈਂ ਉਸ ਦੇ ਵਿਆਹ ਦਾ ਸੁਪਨਾ ਦੇਖਣਾ ਛੱਡ ਦਿੱਤਾ। ਸ਼ਾਇਦ ਇਹ ਸੁੱਖ ਉਸ ਦੀ ਕਿਸਮਤ ਵਿੱਚ ਹੈ ਹੀ ਨਹੀਂ। ਮੈਨੂੰ ਆਂਟੀ 'ਤੇ ਬੜਾ ਤਰਸ ਆਇਆ ਤੇ ਮੈਂ ਕਿਹਾ ਕਿ ਮੈਂ ਤੁਹਾਡੇ ਮੁੰਡੇ ਨਾਲ ਵਿਆਹ ਕਰਾਂਗੀ। ਆਂਟੀ ਨੂੰ ਯਕੀਨ ਨਹੀਂ ਆਇਆ ਤੇ ਕਹਿਣ ਲੱਗੀ, ਤੂੰ ਸੱਚ ਕਹਿ ਰਹੀ ਆਂ? ਤੇ ਮੇਰੀ ਮੰਮੀ ਇਹ ਸੁਣ ਕੇ ਹੜਬੜਾ ਗਈ। ਉਹਨਾਂ ਨੇ ਅੱਖਾਂ ਹੀ ਅੱਖਾਂ ਵਿੱਚ ਇਸ਼ਾਰੇ ਕੀਤੇ ਕਿ ਮੈਂ ਮਨਾ ਕਰ ਦੇਵਾਂ, ਪਰ ਮੈਂ ਆਂਟੀ ਨੂੰ ਯਕੀਨ ਦਿਵਾ ਦਿੱਤਾ, ਮੈਂ ਬਹੁਤ ਜਲਦੀ ਉਹਨਾਂ ਦੇ ਮੁੰਡੇ ਨਾਲ ਵਿਆਹ ਕਰਾਂਗੀ। ਆਂਟੀ ਸਾਡੇ ਘਰ ਤੋਂ ਬਹੁਤ ਖੁਸ਼ ਹੋ ਕੇ ਗਈ। ਆਂਟੀ ਦੇ ਜਾਣ ਤੋਂ ਬਾਅਦ ਮੰਮੀ ਨੇ ਮੈਨੂੰ ਬਹੁਤ ਝਿੜਕਿਆ ਤੇ ਜ਼ਰੂਰ ਉਸ ਮੁੰਡੇ ਵਿੱਚ ਕੋਈ ਕਮੀ ਹੋਵੇਗੀ, ਨਹੀਂ ਤਾਂ ਬਾਰ-ਬਾਰ ਉਸ ਦੇ ਰਿਸ਼ਤੇ ਕਿਉਂ ਟੁੱਟਦੇ? ਤੂੰ ਵਿਆਹ ਲਈ ਹਾਮੀ ਕਿਉਂ ਭਰ ਦਿੱਤੀ?
ਮੈਂ ਦੁੱਖ ਨਾਲ ਮੰਮੀ ਨੂੰ ਕਿਹਾ, ਮੈਂ ਉਸ ਔਰਤ 'ਤੇ ਨਹੀਂ ਬਲਕਿ ਆਪਣੇ ਆਪ ਤੇ ਆਪਣੇ ਘਰ ਵਾਲਿਆਂ 'ਤੇ ਤਰਸ ਖਾਇਆ। ਉਸ ਨਾਲ ਵਿਆਹ ਕਰਕੇ ਜੇ ਕੁਝ ਹੋਰ ਨਹੀਂ ਤਾਂ ਘੱਟੋ ਘੱਟ ਸਾਡੇ ਹਾਲਾਤ ਤਾਂ ਸੁਧਰ ਜਾਣਗੇ। ਵੈਸੇ ਵੀ ਮੇਰਾ ਵਿਆਹ ਕਿਤੇ ਨਾ ਕਿਤੇ ਤਾਂ ਹੋਣਾ ਹੀ ਆ, ਤਾਂ ਇਸ ਆਂਟੀ ਦੇ ਮੁੰਡੇ ਨਾਲ ਹੀ ਸਹੀ। ਮੇਰੀ ਮੰਮੀ ਨੂੰ ਵੀ ਮੇਰੀ ਗੱਲ ਸਮਝ ਆ ਗਈ ਤੇ ਉਹ ਨਾ ਚਾਹੁੰਦੇ ਹੋਏ ਵੀ ਰਾਜੀ ਹੋ ਗਈ। ਮੇਰੀ ਸੱਸ ਤਾਂ ਇੰਨੀ ਖੁਸ਼ ਸੀ ਕਿ ਜਿਸ ਦੀ ਕੋਈ ਹੱਦ ਨਹੀਂ ਸੀ। ਜਦੋਂ ਵਿਆਹ ਦੀ ਤਰੀਕ ਕਢਵਾਉਣ ਘਰ ਆਈ ਤਾਂ ਆਪਣੇ ਨਾਲ ਇੰਨੀ ਮਠਿਆਈ ਲੈ ਕੇ ਆਈ ਕਿ ਸਾਨੂੰ ਪੂਰੇ ਮੁਹੱਲੇ ਵਿੱਚ ਵੰਡਣੀ ਪਈ। ਮੇਰੀ ਹੋਣ ਵਾਲੀ ਸੱਸ ਨੇ ਮੇਰੇ ਲਈ ਬਿਲਕੁਲ ਅਜਿਹਾ ਹੀ ਜੋੜਾ ਖਰੀਦਿਆ ਜਿਵੇਂ ਦਾ ਮੈਂ ਆਪਣੇ ਵਿਆਹ ਵਿੱਚ ਪਾਉਣਾ ਚਾਹੁੰਦੀ ਸੀ। ਇਹ ਜੋੜਾ ਪੂਰੇ 1 ਲੱਖ ਦਾ ਸੀ, ਪਰ ਉਸ ਨੂੰ ਪੈਸਿਆਂ ਦੀ ਕੋਈ ਪਰਵਾਹ ਨਹੀਂ ਸੀ। ਉਸ ਦੀਆਂ ਇਹਨਾਂ ਹਰਕਤਾਂ ਨੂੰ ਦੇਖ ਕੇ ਮੇਰੀ ਮੰਮੀ ਕਹਿਣ ਲੱਗੀ, ਹਾਲੇ ਵੀ ਸਮਾਂ ਸੋਚ ਲਾ। ਪਰ ਮੈਂ ਉਸ ਨੂੰ ਜ਼ੁਬਾਨ ਦੇ ਚੁੱਕੀ ਸੀ, ਮੁੱਕਰ ਨਹੀਂ ਸੀ ਸਕਦੀ। ਵਿਆਹ ਵਾਲੇ ਦਿਨ ਮੈਂ ਪਾਰਲਰ ਤੋਂ ਤਿਆਰ ਹੋਈ ਤੇ ਮੈਂ ਬਹੁਤ ਸੋਹਣੀ ਲੱਗ ਰਹੀ ਸੀ। ਵਿਆਹ ਵਾਲਾ ਪੈਲਸ ਦੇਖ ਕੇ ਤਾਂ ਮੇਰੀਆਂ ਅੱਖਾਂ ਹੀ ਫਟੀਆਂ ਰਹਿ ਗਈਆਂ। ਮੈਂ ਮਨ ਵਿੱਚ ਸੋਚ ਰਹੀ ਸੀ ਕਿ ਮੇਰੇ ਸਾਰੇ ਸੁਪਨੇ ਪੂਰੇ ਹੋ ਰਹੇ ਹਨ। ਗੱਡੀ, ਧਨ ਦੌਲਤ, ਕਾਸ਼ ਮੁੰਡਾ ਵੀ ਮੇਰੀ ਪਸੰਦ ਦਾ ਹੁੰਦਾ। ਮੈਂ ਵਿਆਹ ਲਈ ਤਾਂ ਹਾਂ ਕਰ ਦਿੱਤੀ, ਪਰ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਜਿਸ ਨਾਲ ਮੇਰਾ ਵਿਆਹ ਹੋ ਰਿਹਾ ਮੁੰਡਾ ਕਿਹੋ ਜਿਹਾ। ਮੈਨੂੰ ਬਸ ਆਪਣੇ ਘਰਦਿਆਂ ਦੀ ਗਰੀਬੀ ਦੂਰ ਕਰਨੀ ਸੀ, ਇਸ ਲਈ ਮੈਨੂੰ ਇਹ ਸ਼ਾਰਟਕੱਟ ਰਸਤਾ ਲੱਗਿਆ। ਜਦ ਮੈਂ ਨੂੰਹ ਬਣ ਕੇ ਉਸ ਘਰ ਵਿੱਚ ਗਈ, ਪਹਿਲੀ ਵਾਰ ਸੋਚਣ ਲਈ ਮਜਬੂਰ ਹੋਈ ਤੇ ਅਖੀਰ ਜਿਹੀ ਕਿਹੜੀ ਗੱਲ ਸੀ ਕਿ ਮੈਂ ਉਸ ਆਦਮੀ ਦੀ 5ਵੀਂ ਪਤਨੀ ਬਣਨ ਜਾ ਰਹੀ ਸੀ। ਮੇਰੀ ਸੱਸ ਮੈਨੂੰ ਕਮਰੇ ਵਿੱਚ ਛੱਡ ਗਈ। ਮੇਰੇ ਦਿਲ ਵਿੱਚ ਅਜੀਬ ਖਿਆਲ ਆ ਰਹੇ ਸਨ। ਰਾਤ ਦੇ 2 ਵਜੇ ਮੇਰਾ ਪਤੀ ਕਮਰੇ ਵਿੱਚ ਆਇਆ। ਮੈਨੂੰ ਦੇਖਿਆ ਤਾਂ ਉਸ ਦੀ ਪਰਸਨੈਲਿਟੀ ਦੇਖ ਕੇ ਮੈਂ ਦੰਗ ਰਹਿ ਗਈ। ਉਹ ਤਾਂ ਬਹੁਤ ਸੋਹਣਾ ਸੀ। ਮੇਰੇ ਰੁਕਣ ਦੀ ਵਜ੍ਹਾ ਇਹ ਨਹੀਂ ਸੀ, ਅਸਲ ਵਿੱਚ ਮੈਂ ਉਸ ਨੂੰ ਪਹਿਚਾਣ ਗਈ ਸੀ ਤੇ ਕਿਸਮਤ ਦੇ ਹੇਰ-ਫੇਰ 'ਤੇ ਬਹੁਤ ਹੈਰਾਨ ਸੀ। ਉਸ ਤੋਂ ਪਹਿਲਾਂ ਮੈਂ ਉਸ ਨੂੰ ਕੁਝ ਕਹਿੰਦੀ, ਉਸ ਨੇ ਅਜੀਬ ਜਿਹੀ ਹਰਕਤ ਕੀਤੀ ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਸਨੇ ਇੱਕ ਹੱਥ ਨਚਾਉਂਦੇ ਹੋਏ, ਤੇਰੀ ਖੈਰ ਹੋਵੇ, ਇਹ ਲਿਪਸਟਿਕ ਦਾ ਰੰਗ ਤਾਂ ਬਿਲਕੁਲ ਵੀ ਸੋਹਣਾ ਨਹੀਂ। ਤੂੰ ਮੇਕਅਪ ਕਿਸ ਤੋਂ ਕਰਵਾਇਆ? ਜਿਸ ਨੇ ਵੀ ਕਰਿਆ ਉਸਨੇ ਚੰਗੀ ਤਰ੍ਹਾਂ ਨਹੀਂ ਕੀਤਾ, ਬੇਸ ਨਹੀਂ ਲਗਾਇਆ। ਫਿਰ ਮਟਕ ਕੇ ਚੱਲਦਾ ਬੈੱਡ ਤੱਕ ਆਇਆ। ਉਸ ਦੀਆਂ ਇਹ ਹਰਕਤਾਂ ਦੇਖ ਕੇ ਮੇਰੀ ਹਾਲਤ ਖਰਾਬ ਹੋ ਗਈ। ਮੈਂ ਉਸ ਨੂੰ ਪਹਿਚਾਣ ਗਈ ਸੀ ਕਿ ਉਹ ਮਸ਼ਹੂਰ ਮੇਕਅਪ ਆਰਟਿਸਟ ਰਮਨ ਸੀ, ਪਰ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਮੇਰਾ ਪਤੀ ਹੈ। ਮੈਂ ਕਮਰੇ ਵਿੱਚੋਂ ਬਾਹਰ ਨਿਕਲ ਕੇ ਭੱਜੀ ਤੇ ਦੂਸਰੇ ਕਮਰੇ ਵਿੱਚ ਜਾ ਕੇ ਕੁੰਡੀ ਲਗਾ ਲਿੱਤੀ। ਮੈਂ ਲੰਬੇ ਸਾਹ ਲੈਂਦੇ ਹੋਏ ਬੈੱਡ 'ਤੇ ਬੈਠ ਗਈ। ਮੈਂ ਪਾਗਲ ਹੋਣ ਵਾਲੀ ਹੋ ਗਈ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਸ ਆਦਮੀ ਨੂੰ ਮੈਂ ਭੁੱਲ ਚੁੱਕੀ ਹਾਂ, ਉਹ ਅਚਾਨਕ ਇਸ ਤਰ੍ਹਾਂ ਮੇਰਾ ਪਤੀ ਬਣ ਕੇ ਮੇਰੇ ਸਾਹਮਣੇ ਖੜਾ ਹੋ ਜਾਵੇਗਾ। ਉਸ ਨੂੰ ਕੁਝ ਸਾਲ ਪਹਿਲਾਂ ਤੋਂ ਜਾਣਦੀ ਸੀ। ਉਹ ਉਹਨਾਂ ਦਿਨਾਂ ਦੀ ਗੱਲ ਆ ਜਦ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਇੱਕ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਸਕੂਲ ਬਹੁਤ ਵੱਡਾ ਸੀ, ਅਮੀਰ ਲੋਕਾਂ ਦੇ ਬੱਚੇ ਉੱਥੇ ਪੜ੍ਹਦੇ ਸਨ, ਪਰ ਸਕੂਲ ਦਾ ਮਾਲਕ ਬਹੁਤ ਕੰਜੂਸ ਸੀ। ਉਸ ਨੇ ਮੇਰੀ ਤਨਖਾਹ ਬਹੁਤ ਘੱਟ ਕਰ ਰੱਖੀ ਸੀ। 3000 ਤਨਖਾਹ ਆਟੇ ਵਿੱਚ ਨਮਕ ਸੀ। ਉੱਥੇ ਮੈਂ ਨਰਸਰੀ ਕਲਾਸ ਦੇ ਟੀਚਰ ਦੇ ਨਾਲ ਹੈਲਪਰ ਦੇ ਤੌਰ 'ਤੇ ਪੜ੍ਹਾਉਂਦੀ ਸੀ। ਮੇਰਾ ਕੰਮ ਜ਼ਿਆਦਾ ਕਰਕੇ ਛੋਟੇ ਬੱਚਿਆਂ ਨੂੰ ਸੰਭਾਲਣਾ ਸੀ ਤੇ ਡਾਇਰੀ ਲਿਖਣਾ ਹੁੰਦਾ ਸੀ। ਇੱਕ ਬੱਚਾ ਗਗਨਦੀਪ ਮੈਨੂੰ ਬਹੁਤ ਕਿਊਟ ਲੱਗਦਾ। ਮੈਂ ਉਸ ਦਾ ਬਹੁਤ ਖਿਆਲ ਰੱਖਦੀ ਸੀ। ਇੱਕ ਦਿਨ ਜਦੋਂ ਡਰਾਈਵਰ ਉਸ ਨੂੰ ਨਾ ਲੈਣ ਆਇਆ ਤਾਂ ਪ੍ਰਿੰਸੀਪਲ ਨੇ ਮੈਨੂੰ ਕਿਹਾ, ਇਸ ਬੱਚੇ ਦੇ ਘਰ ਕਾਲ ਕਰ ਦਿਓ। ਮੈਂ ਉਸ ਦੀ ਮੰਮੀ ਨੂੰ ਫੋਨ ਕਰਕੇ ਕਿਹਾ ਕਿ ਕਾਫੀ ਦੇਰ ਹੋ ਗਈ, ਤੁਹਾਡਾ ਡਰਾਈਵਰ ਤੁਹਾਡੇ ਬੱਚੇ ਨੂੰ ਲੈਣ ਨਹੀਂ ਆਇਆ। ਤਾਂ ਉਸ ਦੀ ਮੰਮੀ ਕਹਿਣ ਲੱਗੀ ਕਿ ਮੈਂ ਆਪਣੇ ਭਾਈ ਨੂੰ ਭੇਜਦੀ ਹਾਂ। ਸਾਰਾ ਸਕੂਲ ਖਾਲੀ ਹੋ ਗਿਆ। ਮੈਂ ਗਗਨਦੀਪ ਕਰਕੇ ਰੁਕ ਗਈ। ਅੱਧੇ ਘੰਟੇ ਬਾਅਦ ਗਗਨਦੀਪ ਦਾ ਮਾਮਾ ਉਸ ਨੂੰ ਲੈਣ ਆਇਆ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਬਹੁਤ ਸੋਹਣਾ ਸੀ। ਮੈਂ ਉਸ ਨੂੰ ਗੇਟ 'ਤੇ ਹੀ ਦੇਖਿਆ ਸੀ। ਉਸ ਨੇ ਆਪਣੇ ਭਾਣਜੇ ਨੂੰ ਗੱਡੀ ਵਿੱਚ ਬਿਠਾਇਆ ਤੇ ਚਲਿਆ ਗਿਆ। ਅਗਲੇ ਦਿਨ ਮੈਂ ਗਗਨਦੀਪ ਤੋਂ ਪੁੱਛਿਆ ਉਸ ਨੂੰ ਕੌਣ ਲੈਣ ਆਇਆ ਸੀ, ਤਾਂ ਉਹ ਕਹਿਣ ਲੱਗਿਆ ਕਿ ਮੇਰੇ ਮਾਮਾ ਜੀ ਸਨ। ਉਹਨਾਂ ਦਾ ਨਾਮ ਰਮਨ ਹੈ। ਮੈਨੂੰ ਗਗਨਦੀਪ ਦਾ ਮਾਮਾ ਬਹੁਤ ਚੰਗਾ ਲੱਗਿਆ। ਮੈਂ ਉਸ ਨੂੰ ਦੁਬਾਰਾ ਦੇਖਣਾ ਚਾਹੁੰਦੀ ਸੀ। ਕੁਦਰਤੀ ਕੁਝ ਦਿਨਾਂ ਬਾਅਦ ਮੇਰੀ ਇਹ ਅਰਦਾਸ ਵਾਹਿਗੁਰੂ ਨੇ ਸੁਣ ਲਈ। ਗਗਨਦੀਪ ਨੂੰ ਉਸ ਦਾ ਡਰਾਈਵਰ ਨਹੀਂ ਬਲਕਿ ਉਹੀ ਮੁੰਡਾ ਲੈਣ ਆਉਂਦਾ ਸੀ। ਮੈਂ ਰੋਜ਼ ਉਸ ਨੂੰ ਦੇਖਣ ਲਈ ਰੁਕ ਜਾਂਦੀ। ਜਦੋਂ ਤੱਕ ਉਹ ਉਸ ਨੂੰ ਲੈਣ ਨਹੀਂ ਆ ਜਾਂਦਾ ਮੈਂ ਨਹੀਂ ਜਾਂਦੀ ਸੀ। ਪਤਾ ਨਹੀਂ ਮੈਨੂੰ ਕੀ ਹੋਣ ਲੱਗਿਆ ਸੀ। ਉਸ ਨੂੰ ਤਾਂ ਖਬਰ ਤੱਕ ਨਹੀਂ ਸੀ ਕਿ ਕੋਈ ਉਸ ਨੂੰ ਦੇਖਣ ਲਈ ਇੰਨਾ ਬੇਚੈਨ ਹੁੰਦਾ ਹੈ। ਉਹ ਚੁੱਪਚਾਪ ਆਉਂਦਾ ਤੇ ਆਪਣੇ ਭਾਣਜੇ ਨੂੰ ਲੈ ਕੇ ਚਲਾ ਜਾਂਦਾ। ਮੇਰਾ ਦਿਲ ਬਹੁਤ ਕਰਦਾ ਉਸ ਨਾਲ ਗੱਲ ਕਰਨ ਨੂੰ, ਪਰ ਕਦੇ ਹਿੰਮਤ ਨਹੀਂ ਸੀ ਹੁੰਦੀ। ਇੱਕ ਦਿਨ ਸਕੂਲ ਵਿੱਚ ਪੇਰੈਂਟਸ ਮੀਟਿੰਗ ਸੀ। ਉਸ ਦਿਨ ਮੈਨੂੰ ਬੁਖਾਰ ਸੀ, ਇਸ ਲਈ ਮੈਂ ਸਕੂਲ ਨਾ ਜਾ ਸਕੀ।
ਅਗਲੇ ਦਿਨ ਮੈਂ ਸਕੂਲ ਗਈ ਤਾਂ ਮੇਰੀ ਸਾਥੀ ਟੀਚਰ ਹੱਸਦੇ ਕਹਿਣ ਲੱਗੀ, ਤੈਨੂੰ ਪਤਾ ਕੱਲ ਗਗਨਦੀਪ ਦੀ ਮੀਟਿੰਗ ਦੇ ਨਾਲ ਕੌਣ ਆਇਆ ਸੀ? ਮੇਰੇ ਪੁੱਛਣ ਤੇ ਉਸਨੇ ਦੱਸਿਆ ਉਸਦਾ ਮਾਮਾ ਆਇਆ ਸੀ। ਬਲਕਿ ਪਤਾ ਨਹੀਂ ਉਹ ਮਾਮਾ ਸੀ ਜਾਂ ਕਿੰਨਰ। ਇੰਨਾ ਕਹਿ ਕੇ ਉਹ ਉੱਚੀ ਉੱਚੀ ਹੱਸਣ ਲੱਗੀ। ਮੈਂ ਹੈਰਾਨੀ ਨਾਲ ਪੁੱਛਿਆ ਕਿ ਚੰਗੀ ਤਰ੍ਹਾਂ ਦੱਸੋ ਕੀ ਗੱਲ ਆ। ਤਾਂ ਉਸਨੇ ਕਿਹਾ ਗਗਨਦੀਪ ਦਾ ਮਾਮਾ ਅਜੀਬ ਤਰ੍ਹਾਂ ਨਾਲ ਬੋਲ ਰਿਹਾ ਸੀ ਤੇ ਕੁੜੀਆਂ ਦੇ ਤਰ੍ਹਾਂ ਹੱਥ ਨਚਾ ਨਚਾ ਕੇ ਗੱਲਾਂ ਕਰ ਰਿਹਾ ਸੀ। ਸਾਫ਼ ਪਤਾ ਲੱਗ ਰਿਹਾ ਸੀ ਉਹ ਮੁੰਡਾ ਨਹੀਂ ਬਲਕਿ ਕਿਨਰ ਆ। ਉਸਨੇ ਇੰਨਾ ਕਿਹਾ ਕਿ ਮੈਂ ਉਸਨੂੰ ਟੋਕਦੇ ਹੋਏ ਕਿਹਾ, ਬਸ ਕਰੋ। ਫਿਰ ਮੈਂ ਉਸ ਦੀਆਂ ਗੱਲਾਂ ਸੁਣੇ ਬਿਨਾਂ ਉੱਥੋਂ ਚਲੀ ਗਈ, ਕਿਉਂਕਿ ਮੈਨੂੰ ਉਸ ਦੇ ਬਾਰੇ ਵਿੱਚ ਇਹ ਗੱਲਾਂ ਬੁਰੀਆਂ ਲੱਗ ਰਹੀਆਂ ਸਨ। ਪਤਾ ਨਹੀਂ ਕੀ ਸੱਚ ਸੀ ਕੀ ਝੂਠ, ਪਰ ਉਸ ਤੋਂ ਬਾਅਦ ਉਹ ਕਦੇ ਗਗਨਦੀਪ ਨੂੰ ਲੈਣ ਨਹੀਂ ਆਇਆ। ਮੇਰੇ ਬਾਰੇ ਵਿੱਚ ਉਸ ਟੀਚਰ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਰਮਨ ਨੂੰ ਪਸੰਦ ਕਰਦੀ ਹਾਂ। ਉਸਨੇ ਬਾਕੀ ਟੀਚਰਾਂ ਨੂੰ ਵੀ ਦੱਸ ਦਿੱਤਾ ਤੇ ਸਾਰੇ ਟੀਚਰ ਮੇਰਾ ਮਜ਼ਾਕ ਉਡਾਉਣ ਲੱਗੇ। ਮੈਨੂੰ ਕਹਿੰਦੇ, ਦੇਖੋ ਇਹ ਕੁੜੀ ਕਿੰਨਰ ਨੂੰ ਪਸੰਦ ਕਰਦੀ ਆ। ਮੈਂ ਉਹਨਾਂ ਨਾਲ ਲੜ ਪੈਂਦੀ ਕਿਉਂਕਿ ਮੈਨੂੰ ਉਸ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਸੀ। ਇਸ ਲਈ ਮੈਂ ਤੰਗ ਆ ਕੇ ਸਕੂਲ ਹੀ ਛੱਡ ਦਿੱਤਾ। ਮੇਰੀ ਤਮੰਨਾ ਸੀ ਕਿ ਮੈਂ ਇੱਕ ਵਾਰੀ ਆਪਣੀਆਂ ਅੱਖਾਂ ਦੇ ਨਾਲ ਦੇਖ ਲਵਾਂ ਕਿ ਸੱਚ ਹੈ ਕਿ ਝੂਠ। ਮੈਨੂੰ ਉਸ ਦੇ ਘਰ ਦਾ ਵੀ ਪਤਾ ਨਹੀਂ ਸੀ। ਕਿਵੇਂ ਪਤਾ ਕਰਾਂ ਕਿ ਉਹ ਟੀਚਰ ਠੀਕ ਕਹਿ ਰਹੀ ਸੀ ਜਾਂ ਨਹੀਂ? ਇੱਕ ਦਿਨ ਮੈਂ ਆਪਣੀ ਦੋਸਤ ਦੇ ਘਰ ਗਈ ਹੋਈ ਸੀ। ਜਦੋਂ ਮੈਂ ਉਸਦੇ ਕਮਰੇ ਦੀ ਖਿੜਕੀ ਤੋਂ ਬਾਹਰ ਦੇਖਿਆ, ਬਾਹਰ ਬਗੀਚੇ ਵਿੱਚ ਬੈਠਿਆ ਹੋਇਆ ਸੀ। ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਤੇ ਫੌਰਨ ਆਪਣੀ ਦੋਸਤ ਨੂੰ ਪੁੱਛਿਆ, ਇਹ ਕੌਣ ਆ? ਤਾਂ ਉਹ ਕਹਿਣ ਲੱਗੀ ਕਿ ਮੇਰੇ ਭਾਈ ਦਾ ਦੋਸਤ ਆ। ਮੇਰਾ ਭਾਈ ਇਹ ਮੇਕਅਪ ਆਰਟਿਸਟ ਬਣਨ ਦਾ ਇਰਾਦਾ ਕਰ ਰਹੇ ਹਨ। ਮੈਂ ਗੌਰ ਨਾਲ ਬਾਹਰ ਦੇਖਿਆ ਤਾਂ ਉਸੇ ਤਰ੍ਹਾਂ ਹੱਥ ਹਿਲਾ ਹਿਲਾ ਕੇ ਗੱਲਾਂ ਕਰ ਰਿਹਾ ਸੀ ਜਿਵੇਂ ਔਰਤਾਂ ਕਰਦੀਆਂ ਨੇ। ਮੈਨੂੰ ਉਸ ਟੀਚਰ ਦੀ ਗੱਲ ਸੱਚ ਲੱਗੀ। ਮੇਰੀ ਸਹੇਲੀ ਵੀ ਕਹਿ ਰਹੀ ਸੀ ਕਿ ਉਹ ਮੁੰਡਾ ਨਹੀਂ ਕੁਝ ਹੋਰ ਹੀ ਆ। ਮੈਂ ਉਦਾਸ ਹੋ ਗਈ। ਉਸ ਦਿਨ ਤੋਂ ਬਾਅਦ ਮੈਂ ਉਸ ਨੂੰ ਆਪਣੇ ਦਿਲ ਤੇ ਦਿਮਾਗ 'ਚੋਂ ਕੱਢ ਦਿੱਤਾ। ਬਾਅਦ ਵਿੱਚ ਮੈਨੂੰ ਆਪਣੀ ਸਹੇਲੀ ਦੇ ਜ਼ਰੀਏ ਪਤਾ ਲੱਗਿਆ ਕਿ ਉਹ ਇੱਕ ਮੇਕਅਪ ਆਰਟਿਸਟ ਬਣ ਗਿਆ। ਮੈਂ ਪੂਰੀ ਤਰ੍ਹਾਂ ਨਾਲ ਇੱਕ ਕੁੜੀ ਸੀ ਤੇ ਉਹ ਮੇਰਾ ਹੱਕ ਸੀ ਕਿ ਇੱਕ ਪੂਰੇ ਆਦਮੀ ਨਾਲ ਹੀ ਮੈਂ ਵਿਆਹ ਕਰਵਾਵਾਂ, ਨਾ ਕਿ ਇਸ ਇਨਸਾਨ ਨਾਲ ਜਿਸ ਨੂੰ ਦੁਨੀਆ ਅਜੀਬ ਅਜੀਬ ਨਾਵਾਂ ਨਾਲ ਬੁਲਾਉਂਦੀ ਸੀ। ਮੈਂ ਸ਼ੁਕਰ ਕੀਤਾ ਕਿ ਮੈਂ ਸਮਾਂ ਰਹਿੰਦੇ ਆਪਣੇ ਆਪ ਨੂੰ ਰੋਕ ਲਿਆ। ਬਾਅਦ ਵਿੱਚ ਮੇਕਅਪ ਦੇ ਸੈਮੀਨਾਰ ਵਿੱਚ ਮੈਂ ਉਸ ਨੂੰ 2-3 ਵਾਰ ਦੇਖ ਚੁੱਕੀ ਸੀ ਤੇ ਮੇਰਾ ਸ਼ੱਕ ਪੂਰੇ ਯਕੀਨ ਵਿੱਚ ਬਦਲ ਚੁੱਕਿਆ ਸੀ। ਕਮਰੇ ਦੇ ਦਰਵਾਜ਼ੇ 'ਤੇ ਦਸਤਕ ਹੋਈ ਤਾਂ ਮੈਂ ਡਰ ਕੇ ਉੱਠੀ ਤੇ ਸੋਚ ਕੇ ਮੇਰਾ ਦਿਮਾਗ ਫਟਿਆ ਜਾ ਰਿਹਾ ਸੀ। ਮੈਂ ਚੀਕਦੇ ਹੋਏ ਪੁੱਛਿਆ, ਕੌਣ ਹੈ? ਮੇਰੀ ਸੱਸ ਦੀ ਆਵਾਜ਼ ਆਈ, ਕਮਲ ਧੀਏ ਮੈਂ ਹਾਂ, ਦਰਵਾਜ਼ਾ ਖੋਲ੍ਹ। ਮੈਂ ਗੁੱਸੇ ਵਿੱਚ ਕਿਹਾ, ਤੁਸੀਂ ਮੇਰੇ ਨਾਲ ਧੋਖਾ ਕੀਤਾ, ਚਲੇ ਜਾਓ ਇੱਥੋਂ, ਮੈਂ ਦਰਵਾਜ਼ਾ ਨਹੀਂ ਖੋਲ੍ਹਾਂਗੀ। ਮੈਂ ਸੋਚਿਆ ਸੀ ਕਿ ਤੁਹਾਡੇ ਮੁੰਡੇ ਨੂੰ ਕੋਈ ਬਿਮਾਰੀ ਹੋਵੇਗੀ, ਇਸੇ ਕਰਕੇ ਵਿਆਹ ਲਈ ਹਾਂ ਕਰ ਦਿੱਤੀ ਸੀ। ਪਰ ਜੋ ਨਿਕਲਿਆ ਉਸ ਬਾਰੇ ਵਿੱਚ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ। ਇਸ ਲਈ ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਹਾਂ। ਘੱਟ ਤੋਂ ਘੱਟ ਤੁਸੀਂ ਆਪਣੇ ਮੁੰਡੇ ਬਾਰੇ ਮੈਨੂੰ ਦੱਸ ਤਾਂ ਦਿੰਦੇ। ਮੇਰੀ ਸੱਸ ਰੋਂਦੇ ਹੋਏ ਕਹਿਣ ਲੱਗੀ, ਰੱਬ ਦੇ ਵਾਸਤੇ ਸਾਨੂੰ ਬੇਇੱਜ਼ਤ ਨਾ ਕਰ। ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਹੈ। ਸਾਡੀ ਇੱਜ਼ਤ ਮਿੱਟੀ ਵਿੱਚ ਨਾ ਰੋਲ। ਉਹਨਾਂ ਦੀਆਂ ਗੱਲਾਂ ਸੁਣ ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਮੈਂ ਹੀ ਵਿਆਹ ਲਈ ਹਾਂ ਕੀਤੀ ਸੀ, ਇਸ ਲਈ ਹੁਣ ਮੈਂ ਹੀ ਭੁਗਤਣਾ ਪੈਣਾ ਸੀ। ਮੇਰੀ ਸੱਸ ਮੈਨੂੰ ਦੇਖਦੇ ਕਹਿਣ ਲੱਗੀ, ਅਜਿਹਾ ਕੁਝ ਨਹੀਂ ਹੈ ਜਿਵੇਂ ਤੂੰ ਸਮਝ ਰਹੀ ਹਾਂ। ਮੇਰਾ ਮੁੰਡਾ ਬਿਲਕੁਲ ਠੀਕ ਹੈ। ਮੈਂ ਗੁੱਸੇ ਵਿੱਚ ਕਿਹਾ, ਹੁਣ ਤਾਂ ਤੁਸੀਂ ਇਹੀ ਕਹੋਗੇ? ਮੈਂ ਵਿਆਹ ਤੋਂ ਪਹਿਲਾਂ ਆਪਣੀ ਸੱਸ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਮੇਰੇ ਖਾਨਦਾਨ ਨੂੰ ਇੱਕ ਘਰ ਲੈ ਕੇ ਦੇਣਗੇ ਤੇ ਉਸ ਨੇ ਮੇਰੀ ਸ਼ਰਤ ਮੰਨ ਲਈ ਸੀ ਤੇ ਮੈਂ ਸੌਦੇਬਾਜ਼ੀ ਕੀਤੀ ਸੀ। ਇਸ ਲਈ ਮੈਂ ਆਪਣੇ ਹੱਕ ਲਈ ਵੀ ਖੜੀ ਨਹੀਂ ਹੋ ਸਕਦੀ ਸੀ। ਮੈਂ ਆਪਣੀ ਕਿਸਮਤ ਨੂੰ ਕੋਸਦੇ ਹੋਏ ਵਾਪਸ ਦਰਵਾਜ਼ਾ ਬੰਦ ਕਰ ਲਿਆ। ਜਿਵੇਂ ਹੀ ਬੈੱਡ ਵੱਲ ਦੇਖਿਆ ਤਾਂ ਕਮਰੇ ਦੇ ਦੂਸਰੇ ਦਰਵਾਜ਼ੇ ਵਿੱਚੋਂ ਦਾਖਲ ਹੋ ਕੇ ਰਮਨ ਚੁੱਪਚਾਪ ਬੈੱਡ 'ਤੇ ਬੈਠਾ ਹੋਇਆ ਸੀ। ਜੇਕਰ ਕੋਈ ਉਸ ਨੂੰ ਇਸ ਤਰ੍ਹਾਂ ਦੇਖ ਲੈਂਦਾ ਤਾਂ ਉਸਦੀ ਖੂਬਸੂਰਤੀ 'ਤੇ ਕੋਈ ਵੀ ਕੁਰਬਾਨ ਹੋ ਜਾਂਦਾ। ਮੈਂ ਵੀ ਉਸਦੀ ਸ਼ਕਲ ਸੂਰਤ ਤੋਂ ਇੰਪ੍ਰੈਸ ਹੋਈ ਸੀ, ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਮੈਂ ਬੈੱਡ ਦੇ ਕਿਨਾਰੇ 'ਤੇ ਜਾ ਬੈਠ ਗਈ ਅਤੇ ਉਸਨੇ ਮੈਨੂੰ ਆਪਣੇ ਵੱਲ ਕਰਕੇ ਕਿਹਾ, ਤੂੰ ਵੀ ਮੈਨੂੰ ਛੱਡ ਕੇ ਚਲੀ ਜਾਵੇਂਗੀ ਨਾ, ਜਿਵੇਂ ਸਭ ਛੱਡ ਜਾਂਦੇ ਹਨ। ਇਸ ਵਾਰ ਉਸ ਦੀ ਆਵਾਜ਼ ਬੜੀ ਅਲੱਗ ਸੀ, ਖੂਬਸੂਰਤ ਤੇ ਮਰਦਾਨਾ, ਪਰ ਮੈਂ ਜਾਣਦੀ ਸੀ ਕਿ ਇਹ ਉਸ ਦੀ ਅਸਲ ਹਕੀਕਤ ਨਹੀਂ ਹੈ। ਅਸੀਂ ਬਿਨਾਂ ਸੋਚੇ ਸਮਝੇ ਜਿਸ ਅੰਦਾਜ਼ ਦੇ ਗੱਲਾਂ ਕਰਨ ਦੇ ਆਦੀ ਹੁੰਦੇ ਹਾਂ, ਉਹੀ ਸਾਡੀ ਹਕੀਕਤ ਹੁੰਦੀ ਹੈ। ਉਸ ਦੀ ਵੀ ਉਹੀ ਹਕੀਕਤ ਸੀ, ਕੁੜੀਆਂ ਦੀ ਤਰ੍ਹਾਂ ਹਰਕਤਾਂ ਗੱਲਾਂ ਕਰਨ ਦੀ। ਮੈਂ ਉਸ ਨੂੰ ਕੀ ਦੱਸਦੀ? ਮੈਂ ਚਾਹੁੰਦੇ ਹੋਏ ਵੀ ਉਸ ਨੂੰ ਨਹੀਂ ਛੱਡ ਸਕਦੀ ਸੀ। ਰਾਤ ਨੂੰ ਸੁਪਨੇ ਵਿੱਚ ਵੀ ਇਹੀ ਆਉਂਦਾ ਰਿਹਾ ਕਿ ਹਰ ਪਾਸੇ ਮਜ਼ਾਕ ਬਣ ਰਿਹਾ ਹੈ। ਮੈਂ ਕਿਸ ਨਾਲ ਵਿਆਹ ਕਰ ਲਿਆ ਹੈ?
ਮੈਂ ਇੱਕ ਜੂਆ ਖੇਡਿਆ ਸੀ ਜਿਸ ਦੇ ਚਾਰੇ ਪਾਸੇ ਤੋਂ ਹਾਰ ਸਿਰਫ ਮੇਰੀ ਸੀ। ਆਪਣੇ ਘਰ ਵਾਲਿਆਂ ਨੂੰ ਤਾਂ ਮੈਂ ਚੰਗੀ ਜ਼ਿੰਦਗੀ ਦੇ ਚੁੱਕੀ ਸੀ। ਹੁਣ ਮੇਰਾ ਪਤਾ ਨਹੀਂ ਕੀ ਹੋਣਾ ਸੀ। ਮੈਂ ਉਸ ਨੂੰ ਜਵਾਬ ਦਿੱਤੇ ਬਗੈਰ ਇੱਕ ਪਾਸੇ ਹੋ ਕੇ ਸੌਂ ਗਈ। ਰਾਤ ਨੂੰ ਸੁਪਨੇ ਵਿੱਚ ਇਹੀ ਆਉਂਦਾ ਰਿਹਾ ਕਿ ਹਰ ਪਾਸੇ ਮਜ਼ਾਕ ਬਣ ਰਿਹਾ ਹੈ ਕਿ ਮੈਂ ਕਿਸ ਨਾਲ ਵਿਆਹ ਕਰਵਾ ਲਿਆ। ਮੈਂ ਸਵੇਰੇ ਉੱਠੀ, ਉਹ ਮੇਰੇ ਤੋਂ ਪਹਿਲਾਂ ਉੱਠ ਚੁੱਕਿਆ ਸੀ। ਵੈਸੇ ਤਾਂ ਉੱਠਦੇ ਬੈਠਦੇ ਤੇ ਚੱਲਣ ਫਿਰਨ ਦੇ ਅੰਦਾਜ਼ ਤੋਂ ਉਹ ਇੱਕ ਪਰਫੈਕਟ ਆਦਮੀ ਲੱਗਦਾ ਸੀ, ਪਰ ਜਦੋਂ ਬੋਲਦਾ ਤਾਂ ਉਸਦੀ ਪੋਲ ਖੁੱਲ੍ਹ ਜਾਂਦੀ ਸੀ। ਮੈਂ ਪਾਰਟੀ ਲਈ ਤਿਆਰ ਹੋਣ ਲੱਗੀ ਤਾਂ ਉਸਨੇ ਕਿਹਾ ਕਿ ਉਹ ਅੱਜ ਫੰਕਸ਼ਨ ਲਈ ਮੇਰਾ ਮੇਕਅਪ ਖੁਦ ਕਰੇਗਾ। ਮੈਂ ਚੁੱਪਚਾਪ ਉਸਦੇ ਸਾਹਮਣੇ ਬੈਠ ਗਈ। ਉਸਨੇ ਮੈਨੂੰ ਇੰਨਾ ਸੋਹਣਾ ਤਿਆਰ ਕੀਤਾ ਕਿ ਹਰ ਕੋਈ ਦੇਖਦਾ ਰਹਿ ਗਿਆ। ਲੋਕਾਂ ਨੇ ਮੈਨੂੰ ਦੇਖਿਆ ਤਾਂ ਉਹ ਮੇਰੀ ਕਿਸਮਤ ਤੋਂ ਜਲਣ ਲੱਗੇ, ਪਰ ਕੁਝ ਲੋਕ ਮੇਰੇ ਉੱਤੇ ਹੱਸ ਰਹੇ ਸੀ ਕਿ ਵਿਚਾਰੀ ਕੁੜੀ ਦੀ ਕਿਸਮਤ ਦੇਖੋ, ਉਸ ਨੂੰ ਮਿਲਿਆ ਵੀ ਤਾਂ ਕੌਣ। ਮੈਂ ਬਹੁਤ ਡਿਪਰੈਸ਼ਨ ਵਿੱਚ ਸੀ ਕਿ ਮੈਂ ਆਪਣੇ ਨਾਲ ਕੀ ਕਰ ਲਿਆ ਹੈ। ਮਹਿਮਾਨਾਂ ਦੇ ਜਾਂਦੇ ਮੈਂ ਆਪਣਾ ਕਮਰਾ ਅਲੱਗ ਕਰ ਲਿਆ ਤੇ ਬਿਲਕੁਲ ਵੀ ਉਸ ਨਾਲ ਨਹੀਂ ਸੀ ਰਹਿਣਾ ਚਾਹੁੰਦੀ। ਮੇਰੀ ਸੱਸ ਨੇ ਮੈਨੂੰ ਕੁਝ ਨਾ ਕਿਹਾ ਤੇ ਕਿਉਂਕਿ ਉਹਨਾਂ ਨੂੰ ਮੈਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਉਹ ਇਸ ਮਾਮਲੇ ਵਿੱਚ ਕੁਝ ਬੋਲਣਗੇ ਤਾਂ ਮੈਂ ਉਹਨਾਂ ਦੀਆਂ ਪਹਿਲੀਆਂ ਨੂੰਹਾਂ ਦੀ ਤਰ੍ਹਾਂ ਘਰ ਛੱਡ ਕੇ ਚਲੀ ਜਾਵਾਂਗੀ। ਫਿਰ ਮੇਰੀ ਸੱਸ ਨੇ ਮੈਨੂੰ ਕੁਝ ਨਹੀਂ ਕਿਹਾ। ਮੈਂ ਆਪਣੀ ਮਰਜ਼ੀ ਨਾਲ ਸੌਂਦੀ ਜਾਗਦੀ। ਮੇਰੀ ਹਰ ਕੋਸ਼ਿਸ਼ ਹੁੰਦੀ ਕਿ ਮੈਂ ਉਹਨਾਂ ਦੇ ਕਿੰਨਰ ਮੁੰਡੇ ਦੀ ਸ਼ਕਲ ਨਾ ਦੇਖਾਂ। ਉਹਨਾਂ ਦੀ ਇੱਜ਼ਤ ਲਈ ਇੰਨਾ ਕਾਫੀ ਸੀ ਕਿ ਮੈਂ ਉਸ ਘਰ ਵਿੱਚ ਮੌਜੂਦ ਸੀ। ਮੇਰੀਆਂ 2 ਨਣਦਾਂ ਸਨ। ਉਹਨਾਂ ਨੇ ਵੀ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਅਖੀਰ ਮਾਯੂਸ ਹੋ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੀਆਂ ਗਈਆਂ। ਇੱਕ ਦਿਨ ਮੈਂ ਰਸੋਈ ਵਿੱਚ ਖਾਣਾ ਲੈਣ ਗਈ ਤਾਂ ਆਪਣੀ ਸੱਸ ਦੇ ਕਮਰੇ ਦੇ ਨੇੜਿਓਂ ਲੰਘਦੇ ਹੋਏ ਮੈਨੂੰ ਆਪਣਾ ਨਾਮ ਸੁਣਾਈ ਦਿੱਤਾ ਤਾਂ ਮੈਂ ਰੁਕ ਗਈ ਤੇ ਕੰਨ ਲਗਾ ਕੇ ਸੁਣਨ ਲੱਗੀ। ਮੇਰੀ ਸੱਸ ਰਮਨ ਨੂੰ ਕਹਿ ਰਹੀ ਸੀ, ਤੂੰ ਕਮਲ ਨੂੰ ਸਭ ਕੁਝ ਸੱਚ ਦੱਸ ਦੇ, ਪਰ ਉਹ ਮਨਾ ਕਰ ਰਿਹਾ ਸੀ ਕਿ ਨਹੀਂ, ਜੇ ਮੈਂ ਉਸ ਨੂੰ ਦੱਸਿਆ ਤਾਂ ਉਹ ਯਕੀਨ ਨਹੀਂ ਕਰੇਗੀ, ਮੈਨੂੰ ਛੱਡ ਕੇ ਚਲੀ ਜਾਵੇਗੀ। ਮੈਨੂੰ ਹੈਰਾਨੀ ਹੋਈ ਕਿ ਉਹਨਾਂ ਨੇ ਹਾਲੇ ਵੀ ਮੇਰੇ ਤੋਂ ਕੁਝ ਲੁਕੋਇਆ ਸੀ। ਮੈਂ ਹੋਰ ਸੁਣਨ ਦੀ ਕੋਸ਼ਿਸ਼ ਕੀਤੀ ਪਰ ਉਹ ਹੁਣ ਚੁੱਪ ਹੋ ਗਏ ਸਨ। ਮੈਂ ਵਾਪਸ ਆਪਣੇ ਕਮਰੇ ਵਿੱਚ ਚਲੀ ਆਈ। ਮੈਂ ਬੇਚੈਨ ਸੀ ਕਿ ਉਸ ਸੱਚ ਦਾ ਕਿਵੇਂ ਪਤਾ ਲਗਾਵਾਂ ਜੋ ਮਾਂ ਪੁੱਤ ਮੇਰੇ ਤੋਂ ਲੁਕੋ ਰਹੇ ਸੀ। ਇਸ ਲਈ ਮੈਨੂੰ ਆਪਣੇ ਪਤੀ ਦੇ ਕਮਰੇ ਵਿੱਚ ਰਹਿਣਾ ਪੈਣਾ ਸੀ ਤਾਂ ਕਿ ਮੈਨੂੰ ਸੱਚਾਈ ਦਾ ਪਤਾ ਚੱਲ ਸਕੇ। ਮੈਂ ਆਪਣਾ ਸਮਾਨ ਚੁੱਕਿਆ ਤੇ ਪਤੀ ਦੇ ਕਮਰੇ ਵਿੱਚ ਸ਼ਿਫਟ ਹੋ ਗਈ। ਮੈਂ ਉਸ ਨੂੰ ਸਖਤੀ ਨਾਲ ਕਹਿ ਦਿੱਤਾ ਮੇਰੇ ਤੋਂ ਦੂਰ ਰਹੇ। ਇੱਕ ਦਿਨ ਫੋਨ ਤੇ ਉਹ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਮੈਂ 10 ਮਿੰਟ ਵਿੱਚ ਆਉਂਦਾ ਹਾਂ। ਉਹ ਘਰ ਤੋਂ ਨਿਕਲਿਆ ਤਾਂ ਮੈਂ ਵੀ ਉਸ ਦੇ ਪਿੱਛੇ ਪਿੱਛੇ ਚਲੀ ਗਈ। ਉਹ ਇੱਕ ਪ੍ਰਾਈਵੇਟ ਕਲੀਨਿਕ ਜਿਸ ਦੇ ਦਰਵਾਜ਼ੇ ਤੇ ਲਿਖਿਆ ਸੀ ਮਰਦਾਨਾ ਮਰਜ਼ ਦਾ ਇਲਾਜ ਕੀਤਾ ਜਾਂਦਾ ਹੈ। ਮੈਂ ਸੋਚਦੇ ਹੋਏ ਹੈਰਾਨ ਹੋਈ ਕਿ ਉਹ ਇੱਥੇ ਕਿਉਂ ਆਇਆ ਹੈ। ਫਿਰ ਸੋਚਿਆ ਕਿ ਮਰਦ ਹੋਏਗਾ ਤਾਂ ਇੱਥੇ ਮਰਦਾਨਾ ਮਰਜ਼ ਦਾ ਇਲਾਜ ਕਰਾਉਣ ਹੀ ਆਏਗਾ ਨਾ। ਕੁਝ ਦਿਨਾਂ ਬਾਅਦ ਮੇਰੀ ਨਣਦ ਦੇ ਘਰ ਪਾਰਟੀ ਸੀ ਤੇ ਸਾਨੂੰ ਵੀ ਬੁਲਾਇਆ ਸੀ। ਮੈਂ ਜਾਣਾ ਤਾਂ ਨਹੀਂ ਚਾਹੁੰਦੀ ਸੀ ਪਰ ਆਪਣੀ ਮਾਂ ਦੇ ਮਜਬੂਰ ਕਰਨ ਤੇ ਚਲੀ ਗਈ। ਮਾਂ ਨੇ ਕਿਹਾ ਸੀ ਕਿ ਜੇਕਰ ਵਿਆਹ ਕੀਤਾ ਹੈ ਤਾਂ ਨਿਭਾਉਣਾ ਵੀ ਸਿੱਖ। ਉਹ ਜੈਸਾ ਹੈ ਜੋ ਹੈ ਤੇਰਾ ਪਤੀ ਹੈ, ਉਸ ਦੀ ਇੱਜ਼ਤ ਤੇ ਕਦਰ ਕਰਿਆ ਕਰ। ਮੰਮੀ ਦੇ ਕਹਿਣ ਤੇ ਮੈਂ ਉਸ ਨਾਲ ਆਪਣੀ ਨਣਦ ਦੇ ਘਰ ਪਾਰਟੀ ਤੇ ਚਲੀ ਗਈ। ਉੱਥੇ ਮੈਨੂੰ ਉਹੀ ਸਕੂਲ ਵਾਲੀ ਟੀਚਰ ਮਿਲੀ ਜਿਸ ਨੇ ਜਦ ਮੈਨੂੰ ਰਮਨ ਨਾਲ ਦੇਖਿਆ ਸੀ ਸਭ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਨ ਲੱਗੀ ਕਿ ਅਖੀਰ ਤੂੰ ਇਸ ਕਿਰਨਰ ਨਾਲ ਵਿਆਹ ਕਰ ਹੀ ਲਿਆ, ਤੂੰ ਵੈਸੇ ਇਸੇ ਦੇ ਕਾਬਿਲ ਸੀ। ਮੈਂ ਉਸ ਦੀਆਂ ਗੱਲਾਂ ਤੇ ਬੇਇੱਜ਼ਤੀ ਸਹਿਣ ਨਹੀਂ ਕਰ ਸਕੀ ਅਤੇ ਭੱਜਦੇ ਹੋਏ ਵਾਪਸ ਘਰ ਆ ਗਈ। ਮੈਂ ਰੋਂਦੇ ਹੋਏ ਕਮਰੇ ਵਿੱਚ ਆ ਗਈ। ਉਹ ਵੀ ਪਿੱਛੇ ਪਿੱਛੇ ਕਮਰੇ ਵਿੱਚ ਆ ਗਿਆ ਤੇ ਮੈਨੂੰ ਚੁੱਪ ਕਰਾਉਣ ਲੱਗਿਆ। ਮੈਂ ਉਸ ਨੂੰ ਰੋਂਦੇ ਹੋਏ ਕਿਹਾ, ਇਹ ਸਭ ਤੇਰੇ ਕਰਕੇ ਹੋ ਰਿਹਾ, ਤੂੰ ਮੇਰੇ ਦਰਦ ਦਾ ਅੰਦਾਜ਼ਾ ਵੀ ਨਹੀਂ ਲਾ ਸਕਦਾ। ਉਹ ਉਦਾਸ ਹੋ ਕੇ ਕਹਿਣ ਲੱਗਿਆ, ਤੂੰ ਮੇਰੇ ਤੋਂ ਜ਼ਿਆਦਾ ਦੁਖੀ ਨਹੀਂ ਹੋ ਸਕਦੀ ਤੇ ਨਾ ਹੀ ਤੂੰ ਮੇਰੇ ਤੋਂ ਜ਼ਿਆਦਾ ਦਰਦ ਹੰਢਾਇਆ ਹੋਵੇਗਾ। ਮੈਂ ਆਪਣਾ ਰੋਣਾ ਭੁੱਲ ਕੇ ਉਸ ਨੂੰ ਪੁੱਛਿਆ ਕਿ ਇਸ ਦਾ ਕੀ ਮਤਲਬ ਆ, ਤਾਂ ਉਹ ਕਹਿਣ ਲੱਗਿਆ, ਅੱਜ ਮੈਂ ਤੈਨੂੰ ਸਭ ਕੁਝ ਸੱਚ ਦੱਸਦਾ ਹਾਂ, ਮੈਂ ਕੌਣ ਸੀ ਤੇ ਕੀ ਹਾਂ। ਮੈਨੂੰ ਉਹ ਆਪਣੀ ਕਹਾਣੀ ਸੁਣਾਉਣ ਲੱਗਿਆ। ਮੈਂ ਪੈਦਾ ਹੋਇਆ ਤਾਂ ਇੱਕ ਕੁੜੀ ਸੀ। ਮੇਰੇ ਘਰ ਵਿੱਚ ਬਚਪਨ ਤੋਂ ਲੈ ਕੇ ਮੈਨੂੰ ਕੁੜੀ ਸਮਝਦੇ ਸੀ। ਮੈਂ ਵੀ ਖੁਦ ਨੂੰ ਕੁੜੀ ਹੀ ਸਮਝਦਾ ਸੀ ਤੇ ਕੁੜੀਆਂ ਦੇ ਸਕੂਲ ਵਿੱਚ ਹੀ ਜਾਂਦਾ ਸੀ। ਮੇਰੀਆਂ ਸਾਰੀਆਂ ਸਹੇਲੀਆਂ ਵੀ ਕੁੜੀਆਂ ਹੀ ਸਨ। ਮੈਂ 14-15 ਸਾਲ ਤੱਕ ਕੁੜੀ ਬਣ ਕੇ ਗੁਜ਼ਾਰੇ, ਪਰ ਫਿਰ ਅਚਾਨਕ ਮੇਰੇ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਗਏ। ਮੇਰੀ ਆਵਾਜ਼ ਭਾਰੀ ਹੋ ਗਈ ਤੇ ਚਿਹਰੇ ਤੇ ਦਾੜੀ ਮੁੱਛ ਆ ਗਈ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਮੇਰੇ ਘਰ ਵਾਲਿਆਂ ਨੇ ਇਹ ਹਾਲਾਤ ਬਹੁਤ ਪਰੇਸ਼ਾਨ ਕਰਨ ਵਾਲੇ ਸੀ। ਅਖੀਰ ਵਿੱਚ ਮੇਰੇ ਘਰ ਵਾਲੇ ਮੈਨੂੰ ਇੱਕ ਮੰਨੇ ਪ੍ਰਮੰਨੇ ਡਾਕਟਰ ਕੋਲ ਲੈ ਗਏ।
ਤਾਂ ਡਾਕਟਰ ਨੇ ਅਜੀਬ ਜਿਹੀ ਗੱਲ ਕੀਤੀ ਕਿ ਉਹਨੇ ਕਿਹਾ ਕਿ ਮੈਂ ਇੱਕ ਕੁੜੀ ਨਹੀਂ ਬਲਕਿ ਇੱਕ ਮੁੰਡਾ ਹਾਂ। ਡਾਕਟਰ ਦੇ ਮੁਤਾਬਿਕ ਅਜਿਹੇ ਕੇਸ ਦੁਨੀਆ ਵਿੱਚ ਲੱਖਾਂ ਕਰੋੜਾਂ ਵਿੱਚੋਂ ਬਹੁਤ ਘੱਟ ਹੁੰਦੇ ਹਨ ਕਿ ਆਪਰੇਸ਼ਨ ਕਰਵਾ ਕੇ ਕੋਈ ਮੁੰਡੇ ਤੋਂ ਕੁੜੀ ਤੇ ਕੁੜੀ ਤੋਂ ਮੁੰਡਾ ਤਾਂ ਬਣ ਜਾਂਦਾ ਹੈ। ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤਾਂ ਉਸਨੇ ਮੇਰਾ ਆਪਰੇਸ਼ਨ ਕੀਤਾ ਤੇ ਮੈਂ ਇੱਕ ਕੁੜੀ ਤੋਂ ਮੁੰਡੇ ਵਿੱਚ ਬਦਲ ਗਿਆ। ਮੇਰੇ ਲਈ ਇਹ ਬਹੁਤ ਔਖਾ ਦੌਰ ਸੀ। ਹਰ ਪਾਸੇ ਮੇਰਾ ਮਜ਼ਾਕ ਬਣਨ ਲੱਗਿਆ ਤੇ ਮੇਰੇ ਦੋਸਤਾਂ ਰਿਸ਼ਤੇਦਾਰਾਂ ਨੇ ਸਭ ਨੇ ਮੇਰਾ ਸਾਥ ਛੱਡ ਦਿੱਤਾ। ਮੇਰੇ ਮਾਂ-ਬਾਪ ਉਹ ਸ਼ਹਿਰ ਛੱਡ ਕੇ ਇਸ ਸ਼ਹਿਰ ਵਿੱਚ ਆ ਗਏ। ਮੈਂ ਕੋਈ ਕਿੰਨਰ ਜਾਂ ਤੀਸਰੇ ਜੈਂਡਰ ਦਾ ਨਹੀਂ ਹਾਂ। 14-15 ਸਾਲ ਜੋ ਮੈਂ ਇੱਕ ਕੁੜੀ ਬਣ ਕੇ ਗੁਜ਼ਾਰੇ, ਬਸ ਉਸੀ ਦਾ ਅਸਰ ਮੇਰੇ ਅੰਦਰ ਬਾਕੀ ਰਹਿ ਗਿਆ, ਜਿਸ ਦੇ ਕਾਰਨ ਕੁਝ ਹਾਰਮੋਨਸ ਦਾ ਮਸਲਾ ਹੋ ਗਿਆ। ਡਾਕਟਰ ਦਾ ਕਹਿਣਾ ਸੀ ਕਿ ਮੇਰਾ ਵਿਆਹ ਹੋ ਜਾਵੇਗਾ ਤਾਂ ਹੌਲੀ-ਹੌਲੀ ਠੀਕ ਹੋ ਜਾਵਾਂਗਾ। ਆਪਣੇ ਪਤੀ ਦੀ ਕਹਾਣੀ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਸੱਚਮੁੱਚ ਉਸ ਦਾ ਦਰਦ ਮੇਰੇ ਦਰਦ ਨਾਲੋਂ ਬਹੁਤ ਵੱਡਾ ਸੀ। ਮੈਂ ਉਸ ਤੋਂ ਮਾफ़ੀ ਮੰਗੀ ਤੇ ਕਿਹਾ, ਮੈਨੂੰ ਮਾफ़ ਕਰ ਦਿਓ, ਮੈਂ ਇਸ ਸਭ ਵਿੱਚ ਤੁਹਾਡਾ ਸਾਥ ਦੇਵਾਂਗੀ, ਹਮੇਸ਼ਾ ਤੁਹਾਡੇ ਨਾਲ ਰਹਾਂਗੀ। ਮੇਰਾ ਦਿਲ ਖੁਸ਼ੀ ਵਿੱਚ ਝੂਮ ਰਿਹਾ ਸੀ ਕਿ ਮੇਰਾ ਸੋਇਆ ਹੋਇਆ ਪਿਆਰ ਫਿਰ ਤੋਂ ਜਾਗਣ ਲੱਗਿਆ ਸੀ। ਮੈਂ ਬਹੁਤ ਖੁਸ਼ ਸੀ ਤੇ ਮੇਰਾ ਪਤੀ ਕੋਈ ਹਿਜੜਾ ਜਾਂ ਕਿੰਨਰ ਨਹੀਂ ਹੈ। ਉਸ ਦੇ ਵਿੱਚ ਕੋਈ ਨੁਕਸ ਜਾਂ ਖਰਾਬੀ ਨਹੀਂ, ਬਲਕਿ ਉਹ ਇੱਕ ਬਿਮਾਰੀ ਦਾ ਸ਼ਿਕਾਰ ਸੀ। ਮੈਂ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ ਤੇ ਇਸ ਤੋਂ ਇਲਾਵਾ ਮੈਂ ਪੂਰਾ 1 ਸਾਲ ਉਸ ਨੂੰ ਪ੍ਰੈਕਟਿਸ ਕਰਵਾਈ ਕਿ ਗੱਲਾਂ ਬਾਤਾਂ ਦੇ ਦੌਰਾਨ ਹੱਥਾਂ ਨੂੰ ਕਿਵੇਂ ਕੰਟਰੋਲ ਵਿੱਚ ਰੱਖਣਾ ਹੈ। ਉਸ ਨੂੰ ਇਹ ਵੀ ਸਿਖਾਇਆ ਕਿ ਕਿਵੇਂ ਧੀਮੇ ਤੇ ਵਧੀਆ ਅੰਦਾਜ਼ ਵਿੱਚ ਗੱਲ ਕਰਨੀ ਆ। ਮੇਰੀ ਮਿਹਨਤ ਤੇ ਦਵਾਈਆਂ ਰੰਗ ਲਿਆਉਣ ਲੱਗੀਆਂ। ਉਹ ਬਹੁਤ ਜਲਦ ਠੀਕ ਹੋ ਗਿਆ ਤੇ ਇੱਕ ਪੂਰੇ ਮਰਦ ਦੀ ਤਰ੍ਹਾਂ ਗੱਲਾਂ ਕਰਦਾ ਸੀ। ਹੁਣ ਉਹ ਇੱਕ ਮਸ਼ਹੂਰ ਮੇਕਅਪ ਆਰਟਿਸਟ ਸੀ। ਉਸ ਦੇ ਅੰਦਰ ਆਉਣ ਵਾਲੇ ਬਦਲਾਵ ਨੇ ਉਸ ਨੂੰ ਪ੍ਰਸਿੱਧੀ ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ। ਲੋਕ ਉਸ ਨੂੰ ਪਹਿਲਾਂ ਤੋਂ ਜ਼ਿਆਦਾ ਪਸੰਦ ਕਰਨ ਲੱਗੇ। 2 ਸਾਲਾਂ ਤੱਕ ਉਹ ਪੂਰੀ ਤਰ੍ਹਾਂ ਬਦਲ ਗਿਆ। ਉਸ ਦੀਆਂ ਉਹ ਸਾਰੀਆਂ ਆਦਤਾਂ ਜਿਨ੍ਹਾਂ ਕਰਕੇ ਲੋਕ ਉਸ 'ਤੇ ਸ਼ੱਕ ਕਰਦੇ ਸੀ, ਹੁਣ ਖਤਮ ਹੋ ਗਈਆਂ। ਹੁਣ ਉਹ ਵੀ ਆਮ ਮਰਦਾਂ ਵਾਂਗ ਇੱਕ ਮਰਦ ਸੀ। ਉਹ ਸਾਰੀਆਂ ਕੁੜੀਆਂ ਜੋ ਉਸ ਤੋਂ ਦੂਰ ਭੱਜਦੀਆਂ ਸੀ, ਹੁਣ ਉਸ ਦੇ ਆਸ-ਪਾਸ ਮੰਡਰਾਉਣ ਲੱਗੀਆਂ ਸੀ। ਪਰ ਰਮਨ ਕਿਸੇ ਵੱਲ ਵੀ ਧਿਆਨ ਨਹੀਂ ਸੀ ਦਿੰਦਾ। ਉਹ ਸਿਰਫ ਮੇਰੀ ਪਰਵਾਹ ਕਰਦਾ ਸੀ। ਉਹ ਸਿਰਫ ਮੈਨੂੰ ਮੁਹੱਬਤ ਕਰਦਾ ਸੀ। ਵਿਆਹ ਤੋਂ 3 ਸਾਲ ਬਾਅਦ ਸਾਡੇ ਘਰ ਇੱਕ ਧੀ ਨੇ ਜਨਮ ਲਿਆ ਤਾਂ ਸਭ ਦੇ ਮੂੰਹ ਬੰਦ ਹੋ ਗਏ। ਕੁਝ ਜਲਣ ਵਾਲੇ ਲੋਕ ਹਜੇ ਵੀ ਗਲਤ ਗੱਲਾਂ ਫੈਲਾਉਂਦੇ ਸਨ। ਉਹਨਾਂ ਦੇ ਮੂੰਹ ਤਾਂ ਮੇਰੀ ਔਲਾਦ ਦੀ ਸੂਰਤ ਵਿੱਚ ਵਾਹਿਗੁਰੂ ਨੇ ਜਿਵੇਂ ਥੱਪੜ ਮਾਰਿਆ ਸੀ। ਮੇਰੀ ਸੱਸ ਮੇਰੇ ਵਾਰੇ-ਵਾਰੇ ਜਾਂਦੀ ਸੀ ਕਿ ਮੈਂ ਉਸਦੇ ਮੁੰਡੇ ਦੀ ਜ਼ਿੰਦਗੀ ਬਦਲ ਦਿੱਤੀ। ਉਹ ਸਭ ਦੇ ਸਾਹਮਣੇ ਕਹਿੰਦੀ ਕਿ ਮੇਰੀ ਨੂੰਹ ਨੇ ਮੇਰੇ ਘਰ ਸਵਰਗ ਬਣਾ ਦਿੱਤਾ। ਮੈਂ ਵਾਹਿਗੁਰੂ ਦਾ ਲੱਖ-ਲੱਖ ਧੰਨਵਾਦ ਕਰਦੀ ਹਾਂ ਜਿਸ ਨੇ ਮੇਰੀ ਮੁਹੱਬਤ ਦੀ ਲਾਜ ਰੱਖੀ, ਮੈਨੂੰ ਸ਼ਰਮਿੰਦਾ ਹੋਣ ਤੋਂ ਬਚਾ ਲਿਆ, ਮੇਰੇ ਉਹਨਾਂ ਸਾਰੇ ਸੁਪਨਿਆਂ ਨੂੰ ਪੂਰਾ ਕੀਤਾ ਜੋ ਮੈਂ ਦੇਖੇ ਸੀ। ਮੇਰੇ ਸੁਪਨਿਆਂ ਦਾ ਰਾਜਕੁਮਾਰ ਮੈਨੂੰ ਮਿਲ ਚੁੱਕਿਆ ਸੀ। ਦੋਸਤੋ, ਕਿਸੇ ਦੀ ਵੀ ਕਮਜ਼ੋਰੀ 'ਤੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਉਸ ਇਨਸਾਨ ਦੀ ਮਜਬੂਰੀ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ। ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਪੰਜਾਬੀ ਆਵਾਜ਼ ਕਹਾਣੀ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।